ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਕਿਸੇ ਸਾਈਨ ਬੋਰਡ ਨੂੰ ਬਾਕਾਇਦਾ ਪੇਂਟ ਕਰਕੇ ਉਹਦੇ ਉੱਤੇ ਕੁਝ ਅੱਖਰ ਲਿਖਣ ਦਾ ਪ੍ਰਯੋਜਨ ਇਹ ਹੁੰਦਾ ਹੈ ਵੀ ਮੰਜ਼ਿਲ ਤੇ ਪਹੁੰਚਣ ਵਾਲੇ ਪਾਂਧੀ ਜਾਂ ਰਾਹੀ ਜਾਂ ਮੁਸਾਫਿਰ ਉਸ ਸਾਈਨ ਬੋਰਡ ਨੂੰ ਪਹਿਲਾਂ ਪੜ੍ਹਨ, ਫਿਰ ਸਮਝਣ ਤੇ ਫਿਰ ਫੋਲੋ ਕਰਨ, ਤਾਂ ਕਿ ਮੰਜ਼ਿਲ ਪ੍ਰਾਪਤ ਹੋ ਸਕੇ। ਠੀਕ ਇਸੇ ਤਰ੍ਹਾਂ ਜਿਨ੍ਹਾਂ ਨੇ ਸੰਸਾਰ ਤੋਂ ਯਾਤਰਾ ਆਰੰਭ ਕਰਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਸਪੀਡ ਬ੍ਰੇਕਰ ਲੰਘ ਆਸਾ ਤ੍ਰਿਸ਼ਨਾ ਦੀਆਂ ਘਾਟੀਆਂ ਪਾਰ ਕਰ ਸਤ ਸੰਗਤ ਆਨੰਦਗੜ੍ਹ ਰਿਆਸਤ ਵਿੱਚ ਪ੍ਰਵੇਸ਼ ਕਰਨਾ ਹੈ, ਉਹਨਾਂ ਵਾਸਤੇ ਇਹ ਜ਼ਰੂਰੀ ਹੈ ਵੀ ਉਹਨਾਂ ਬੇਗਮਪੁਰਾ ਸ਼ਹਿਰ ਲੱਭ ਕੇ ਉੱਥੋਂ ਮਹਿਬੂਬ ਦਾ ਚਬਾਰਾ ਲੱਭਣਾ ਹੈ ਤੇ ਉਸ ਮਹਿਬੂਬ ਦੇ ਚਬਾਰੇ ਦੀਆਂ ਪੌੜੀਆਂ ਵਾਲੇ ਪਾਸੇ ਜਾ ਕੇ ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ ਤੋਂ ਲੰਘਦੇ ਹੋਏ ਜੇ ਸੱਚਖੰਡ ਪਹੁੰਚਣਾ ਹੈ ਤੇ ਉਹਨਾਂ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਸਾਈਨ ਬੋਰਡ ਜਿਹੜਾ ਹੈ ਉਹ ਨਾ ਸਿਰਫ ਪੜ੍ਹਨਾ ਪਏਗਾ ਬਲਕਿ ਸਮਝਣਾ ਪਏਗਾ ਔਰ ਈਵਨ ਫੋਲੋ ਵੀ ਕਰਨਾ ਪਏਗਾ। ਇਸੇ ਨੂੰ ਤੁਸੀਂ ਕਹਿੰਦੇ ਹੋ ਬਈ ਹਜ਼ੂਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਰਿਕਰਮਾ ਦਰਸ਼ਨ ਆਪਣੀ ਥਾਂ ਮੁਬਾਰਕ ਨੇ, ਪਰ ਸਤਿਗੁਰ ਨੂੰ ਸਭ ਕੋ ਕਹਿ ਦਿਆ ਕਰੋ, ਜਿਹੜੀ ਬਾਣੀ ਚੇਤਾ ਹੋਵੇ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ। ਤੋ ਅਸੀਂ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ। ਇਹ ਦੁਵੱਲੀ ਖੇਡ ਹੈ, ਇਹ ਵਕਤੇ ਦੀ ਔਰ ਆਡੀਅנס ਦਾ ਇੱਕ ਸੁਮੇਲ ਹੈ, ਸੰਪਰਕ ਆਪਸ ਵਿੱਚ ਬਣ ਜਾਏ। ਤੁਸੀਂ ਬੜੀ ਸੋਹਣੀ ਰਿਸਪੌਂਸ ਦਿੰਦੇ ਹੋ, ਬੜੀ ਕਾਗਰਤਾ ਅਸੀਸ ਦੇ ਕੇ ਵਿਚਾਰ ਆਪ ਕਰਵਾਉਂਦੇ ਹੋ। ਇਸ ਤੋਂ ਪਹਿਲਾਂ ਸੇਵਾਦਾਰ ਤੁੱਛ ਬੁੱਧੀ ਅਨੁਸਾਰ ਇਸ ਪਾਵਨ ਪੰਕਤੀ ਨੂੰ ਆਖਾਂ ਜੀਵਾਂ ਵਿਸਰੈ ਮਰ ਜਾਓ ਤੁਹਾਡੇ ਸਾਹਮਣੇ ਐਕਸਪਲੇਨ ਕਰੇ। ਆਓ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੀ ਸੰਗਤ ਇੱਕ ਵਾਰ ਪਿਆਰ ਭਿੱਜ ਖੁੱਭ ਕੇ ਇਕੱਠੇ ਹੋ ਕੇ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੀਓ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਦੋ ਤਰ੍ਹਾਂ ਦੀ ਜ਼ਿੰਦਗੀ ਤੇ ਦੋ ਤਰ੍ਹਾਂ ਦੀ ਮੌਤ ਦਾ ਗੁਰਬਾਣੀ ਵਿੱਚ ਜ਼ਿਕਰ ਹੈ। ਇਹ ਸਾਡੀ ਵਿਚਾਰ ਦਾ ਬੇਸ ਹੈ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਦੋ ਤਰ੍ਹਾਂ ਦੀ ਜ਼ਿੰਦਗੀ ਔਰ ਦੋ ਹੀ ਤਰ੍ਹਾਂ ਦੀ ਮੌਤ। ਇੱਕ ਆਤਮਕ ਜ਼ਿੰਦਗੀ ਔਰ ਇੱਕ ਸਰੀਰਕ ਜ਼ਿੰਦਗੀ, ਔਰ ਠੀਕ ਇਸੇ ਤਰ੍ਹਾਂ ਇੱਕ शारीरिक मौत और एक आत्मक मौत। विडंबना ये है मनुखता दी भी शरीरक मौत होवे ना पृथ्वी दे एक कोने ते और सैकेंटां विच वो खबर पृथ्वी दे दूजे कोने ते पहुंच जाती भी फलाना व्यक्ति अकाल चलाना कर गया। पर साडे कोल बैठे किसी व्यक्ति की आत्मक मौत हो जाए किसी नूं कानो कान खबर नहीं हुंदी। सच तो यह है भी आत्मक तल दे उत्ते जे साडे कोल कोई आउण वाले समय विच इस तरह के एक्सरे आ गए
ਜਿਹੜੇ ਆਤਮਿਕ ਜੀਵਨ ਤੇ ਆਤਮਿਕ ਮੌਤ ਨੂੰ ਨਾਪਣ ਦੀ ਸਮਰੱਥਾ ਰੱਖਦੇ ਹੋਣਗੇ ਤੇ ਸ਼ਾਇਦ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਆਤਮਿਕ ਤਲ ਤੇ ਜਿਉਂਦਾ ਲੱਭੇ, ਬਾਕੀ ਮੇਰੇ ਵਰਗੇ तमाम ਜਿਹੜੇ ਨੇ ਉਹ ਆਤਮਿਕ ਮੌਤ ਦੇ ਸ਼ਿਕਾਰ ਹੋ ਚੁੱਕੇ ਹੋਣਗੇ। ਹੁਣ ਇਹਨੂੰ ਹੋਰ ਸੌਖਾ ਸਮਝ ਲਈਏ। ਸਰੀਰਕ ਜੀਵਨ ਦਾ ਆਧਾਰ ਕੀ ਹੈ? ਇਹ ਠੀਕ ਹੈ ਅਸੀਂ ਭੋਜਨ ਖਾਂਦੇ ਹਾਂ, ਅਸੀਂ ਪਾਣੀ ਵੀ ਪੀਂਦੇ ਹਾਂ, ਪਰ ਇਹ ਵੀ ਸੱਚ ਹੈ ਵੀ ਭੋਜਨ ਨਾ ਖਾਈਏ, ਪਾਣੀ ਨਾ ਪੀਵੀਏ, ਕੁਝ ਘੰਟੇ ਕੁਝ ਦਿਨ ਮਨੁੱਖ ਤਾਂ ਵੀ ਜਿੰਦਾ ਰਹਿ ਸਕਦਾ ਹੈ। ਪਰ ਕਿਸੇ ਮਨੁੱਖ ਦੇ ਮੂੰਹ ਦੇ ਉੱਤੇ, ਨਾਸਕਾ ਦੇ ਉੱਤੇ ਘੁੱਟ ਕੇ ਹੱਥ ਰੱਖ ਦਈਏ ਔਰ ਉਹਦਾ ਸਾਹ ਆਉਣਾ ਬੰਦ ਹੋ ਜਾਏ, ਇਹਨਾਂ ਹੱਥ ਘੁੱਟ ਦਈਏ ਤੇ ਉਹ ਚੰਦ ਸੈਕਿੰਡ ਜ਼ਿੰਦਾ ਰਹਿ ਸਕਦਾ, ਇਦੋਂ ਜ਼ਿਆਦਾ ਉਹ ਜ਼ਿੰਦਾ ਨਹੀਂ ਰਹਿ ਸਕਦਾ। ਤੁਸੀਂ ਵਿਚਾਰ ਸੁਣ ਕੇ ਹਟੇ ਹੋ ਸ਼ਲੋਕ ਪਵਨ ਗੁਰੂ। ਉਹ ਪਵਨ ਗੁਰੂ ਕਿਵੇਂ ਹੈ? ਗੁਰਮੁਖ ਪਿਆਰਿਆਂ ਐਕਸਪਲੇਨ ਕੀਤਾ। ਹੁਣ ਉਹ ਸਾਡੇ ਜੀਵਨ ਦਾ ਆਧਾਰ ਹੈ। ਇੱਕ ਥਾਂ ਤੇ ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ। ਇਹ ਜਿਹੜੀ ਸਾਡਾ ਸਰੀਰ ਹੈ ਨਾ, ਇਹਨੂੰ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਪਾਣੀ ਦੀ ਕੰਧ ਹੈ, ਪਾਣੀ ਦੀ। ਤੇ ਤਰਕਸ਼ੀਲ ਕਹਿਣ ਲੱਗੇ, ਰਵਿਦਾਸ ਜੀ ਪਾਣੀ ਦੀ ਕੰਧ ਤੇ ਖੜੀ ਨਹੀਂ ਹੋ ਸਕਦੀ। ਉਹ ਕਹਿਣ ਲੱਗੇ, ਤੁਸੀਂ ਕਦੀ ਕਿਸੇ ਲੇਕ ਵਿੱਚ, ਕਿਸੇ ਝੀਲ ਵਿੱਚ, ਕਿਸੇ ਜੌੜ ਵਿੱਚ, ਤਾਲਾਬ ਵਿੱਚ, ਛੱਪੜ ਵਿੱਚ, ਸਰੋਵਰ ਵਿੱਚ ਲਹਿਰਾਂ ਦੇਖੀਆਂ ਨੇ? ਕਹਿਣ ਲੱਗੇ ਜੀ ਦੇਖੀਆਂ ਨੇ। ਕਹਿਣ ਲੱਗੇ ਉਹ ਲਹਿਰਾਂ ਹਵਾ ਦੇ ਦਬਾਅ ਕਾਰਨ ਬਣਦੀਆਂ ਨੇ। ਜਦੋਂ ਤੱਕ ਹਵਾ ਦਬਾਅ ਬਣਾਈ ਰੱਖਦੀ ਏ, ਲਹਿਰ ਉੱਪਰ ਉੱਠੀ ਰਹਿੰਦੀ। ਹਵਾ ਦਾ ਦਬਾਅ ਹਟ ਗਿਆ, ਲਹਿਰ ਪਾਣੀ ਵਿੱਚ ਫਿਰ ਥੱਲੇ ਬੈਠ ਜਾਂਦੀ। ਉਹ ਪਾਣੀ ਜਿਹੜਾ ਬਾਕੀ ਪਾਣੀ ਨਾਲੋਂ ਗਿੱਠ 2 ਗਿੱਠਾਂ ਉੱਪਰ ਉੱਠ ਜਾਂਦਾ ਹੈ, ਉਹ ਹਵਾ ਦੇ ਪ੍ਰੈਸ਼ਰ ਕਾਰਨ ਹੈ। ਇਸੇ ਤਰ੍ਹਾਂ ਸਰੀਰ ਹੈ ਤੇ ਪਾਣੀ। ਤੁਹਾਡੇ ਵਿੱਚ ਕੋਈ ਡਾਕਟਰ ਸੱਜਣ ਬੈਠਾ ਹੋਵੇ ਤੇ ਉਹਨਾਂ ਨੂੰ ਪਤਾ ਹੈ ਵੀ ਜੇ ਮੇਰਾ ਵਜ਼ਨ 1 ਕੁਇੰਟਲ ਹੈ, ਮੇਰੇ ਵਿੱਚ ਮਿਨੀਮਮ 65 ਲੀਟਰ, ਮੈਕਸੀਮਮ 75 ਲੀਟਰ ਸਿਰਫ ਕੀ ਹੈ? ਪਾਣੀ ਹੈ। ਇਹ 5 ਤੱਤਾਂ ਚੋਂ ਪਾਣੀ ਵਾਲਾ ਤੱਤ ਪ੍ਰਧਾਨ ਤੱਤ ਹੈ। ਇਸ ਵਾਸਤੇ ਭਗਤ ਜੀ ਨੇ ਇਹਨੂੰ ਪਾਣੀ ਦੀ ਕੰਧ ਕਹਿ ਦਿੱਤਾ। ਪੀਤ ਕੰਧ ਨੂੰ ਕਹਿੰਦੇ ਨੇ, ਦੀਵਾਰ ਨੂੰ। ਜਲ ਕੀ ਪੀਤ। ਕਹਿਣ ਲੱਗੇ ਜੀ ਪਾਣੀ ਦੀ ਕੰਧ ਤੇ ਖੜੀ ਰਹਿ ਨਹੀਂ ਸਕਦੀ। ਬਿਲਕੁਲ ਤਰਕ ਸਹੀ ਹੈ। ਆਖਣ ਲੱਗੇ ਪਵਨ ਕਾ ਥੰਬਾ, ਸਵਾਸਾਂ ਦੀ ਥੰਮੀ ਦਿੱਤੀ ਹੈ। ਸਵਾਸ ਆ ਰਹੇ ਨੇ, ਜਾ ਰਹੇ ਨੇ, ਪਾਣੀ ਦੀ ਕੰਧ ਖੜੀ ਹੈ। ਸਵਾਸ ਆਉਣੇ ਜਾਣੇ ਬੰਦ ਹੋ ਗਏ, ਪਾਣੀ ਦੀ ਕੰਧ ਧੜਮ ਕਰਕੇ ਜ਼ਮੀਨ ਤੇ ਡਿੱਗ ਪੈਂਦੀ। ਜਿਸ ਤਰ੍ਹਾਂ ਸਰੀਰਕ ਜ਼ਿੰਦਗੀ ਦਾ ਆਧਾਰ ਆਕਸੀਜਨ ਹੈ, ਪੌਣ ਹੈ, ਸਵਾਸ ਨੇ, ਇਸੇ ਤਰ੍ਹਾਂ ਆਤਮਿਕ ਜ਼ਿੰਦਗੀ ਦਾ ਆਧਾਰ ਕੀ ਹੈ? ਪਰਮਾਤਮਾ ਦਾ ਨਾਮ। ਇੱਕ ਵਾਰੀ ਕਹਿ ਦਿਓ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਤੱਕ ਮੈਂ ਕਹਿਣਾ ਵਾਹਿਗੁਰੂ, ਉਦੋਂ ਤੱਕ ਜਿਉਣਾ ਵਾਂ। ਜਦੋਂ ਮੈਂ ਵਾਹਿਗੁਰੂ ਕਹਿਣਾ ਬੰਦ ਕਰ ਦੇਣਾ, ਮੇਰੀ ਆਤਮਿਕ ਮੌਤ ਹੋ ਜਾਂਦੀ। ਆਖਾਂ ਜੀਵਾਂ। ਜਦੋਂ ਤੱਕ ਮੈਂ ਹਰੀ ਨਾਮ ਨੂੰ ਉਚਾਰਨਾ ਵਾਂ, ਉਦੋਂ ਮੇਰਾ ਆਤਮਿਕ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਮੇਰੇ ਅੰਦਰ ਆਤਮਿਕ ਜੀਵਨ ਦੀ ਰੌਂ ਚੱਲ ਪੈਂਦੀ ਹੈ। ਵਿਸਰੈ ਮਰ ਜਾਓ। ਜਦੋਂ ਮੈਂ ਭੁੱਲਣਾ ਵਾਂ, ਜਦੋਂ ਮੈਂ ਵਿਸਾਰਨਾ ਵਾਂ, ਉਦੋਂ ਮੈਂ ਆਤਮਿਕ ਮੌਤੇ ਮਰ ਜਾਣਾ ਵਾਂ। ਆਓ ਗੁਰਬਾਣੀ ਦੇ ਰੋਸ਼ਨੀ ਵਿੱਚ ਇਹਨੂੰ ਥੋੜਾ ਹੋਰ ਸਮਝ ਲਈਏ। ਮੈਂ ਇਸ ਸੰਦਰਭ ਵਿੱਚ ਆਖਾਂ ਜੀਵਾਂ ਵਿਸਰੈ ਮਰ ਜਾਓ ਸੰਦਰਭ ਵਿੱਚ 2 ਸ਼ਬਦ ਤੁਹਾਡੇ ਵਾਸਤੇ ਤਿਆਰ ਕਰਕੇ ਲਿਆਇਆ ਇਸ ਪੰਕਤੀ ਨੂੰ ਐਕਸਪਲੇਨ ਕਰਨ ਲਈ। ਪਹਿਲਾ ਸ਼ਬਦ ਹੈ ਜਨਨੀ ਜਾਨਤ ਸੁਤ ਬੜਾ ਹੋਤ ਹੈ। ਸਾਰੇ ਬੱਚਿਆਂ ਨੂੰ ਮਹਾਰਾਜ ਦੀਰਘਾਯੂ ਬਖਸ਼ੇ, ਸਾਰੇ ਘਰਾਂ ਵਿੱਚ ਖੁਸ਼ੀਆਂ ਖੇੜੇ ਹੋਣ। ਪਰ ਇਹ ਐਗਜ਼ਾਮਪਲ ਹੈ ਸਮਝਣ ਲਈ। ਮਾਂ ਜਦੋਂ ਪੁੱਤਰ ਨੂੰ ਵਹਿੰਦੀ ਏ ਤੇ ਹਰ ਸਾਲ ਬਾਅਦ ਕਹਿੰਦੀ ਹੈ ਵੀ 1 ਸਾਲ ਮੇਰਾ ਪੁੱਤਰ ਵੱਡਾ ਹੋ ਗਿਆ। ਸਾਡੀ ਕੈਲਕੂਲੇਸ਼ਨ ਉਲਟੀ ਹੈ, ਜੰਮ ਦੀ ਕੈਲਕੂਲੇਸ਼ਨ ਸਾਡੇ ਤੋਂ ਬਿਲਕੁਲ ਵਿਪਰੀਤ ਹੈ। ਉਹ ਕਹਿੰਦਾ ਵੀ 1 ਸਾਲ ਛੋਟਾ ਹੋ ਗਿਆ, ਮੇਰਾ ਕੰਮ ਨੇੜੇ ਆ ਗਿਆ। ਅਸੀਂ ਕਹਿੰਦੇ ਆ ਵੱਡਾ ਹੋ ਰਿਹਾ, ਉਹ ਕਹਿੰਦਾ ਛੋਟਾ ਹੋ ਰਿਹਾ। ਇੱਕ ਬਿਲਡਿੰਗ ਦੀ ਬੁਨਿਆਦ 100 ਸਾਲ ਹੈ, 10 ਸਾਲ ਲੰਘ ਗਏ ਨੇ ਤੇ 90 ਸਾਲ ਬਾਕੀ ਬਚ ਗਏ। 90 ਸਾਲ ਬਾਅਦ ਇਹਨੂੰ ਢਾਣਾ ਪਏਗਾ। ਤਾਂ ਉਹਦੇ ਕੋਲ ਨਿਸ਼ਚਿਤ ਤਰੀਕ ਹੈ। ਅਸੀਂ ਵਿਦੇਸ਼ਾਂ 'ਚ ਜਾਂਦੇ ਹਾਂ ਨਾ, ਕਮੇਟੀਆਂ ਦੇ ਸੱਦੇ ਤੇ ਵੀਜ਼ਾ ਲੱਗਾ ਹੁੰਦਾ, ਫਿਰ ਵੀ ਉਹ ਲਾਈਨ 'ਚ ਲਾ ਲੈਂਦੇ ਇਮੀਗ੍ਰੇਸ਼ਨ ਵਾਲੇ। ਉਹ ਕੀ ਕਰਦੇ ਨੇ, ਉੱਥੇ ਫਿਰ ਇੱਕ ਸਟੈਂਪ ਲਾਉਂਦੇ ਨੇ। ਫਿਰ ਕਹਿੰਦੇ ਮਿਸਟਰ ਸਿੰਘ ਪੂਰੀ ਤਾਰੀਖ ਤੇ ਮੰਥ ਈਅਰ ਲਿਖ ਕੇ ਨਾ ਉਹਦੇ ਤੇ ਬਕਾਇਦਾ ਉਂਗਲ ਰੱਖ ਕੇ ਉਹ ਕਹਿੰਦੇ ਵੀ ਇਹ ਜਿਹੜੀ ਡੇਟ ਹੈ ਇਦੋਂ ਪਹਿਲਾਂ ਪਹਿਲਾਂ ਸਾਡੀ ਕੰਟਰੀ ਤੁਸੀਂ ਛੱਡ ਜਾਣੀ। ਅਜੇ ਉਹਨਾਂ ਦੀ ਕੰਟਰੀ 'ਚ ਅਸੀਂ ਐਂਟਰ ਨਹੀਂ ਹੋਏ, ਏਅਰਪੋਰਟ ਨੂੰ ਉਹ ਕੰਟਰੀ ਦਾ ਹਿੱਸਾ ਨਹੀਂ ਗਿਣਦੇ। ਅਸੀਂ ਬਿਨਾਂ ਵੀਜ਼ੇ ਤੋਂ ਵੀ ਕਿਸੇ ਦੇਸ਼ ਦੀ ਏਅਰਪੋਰਟ ਵਿੱਚ ਐਂਟਰ ਹੋ ਸਕਨੇ ਆ। ਪਰ ਏਅਰਪੋਰਟ ਤੋਂ ਬਾਹਰ ਕੱਢਣ ਤੋਂ ਪਹਿਲਾਂ ਸਾਨੂੰ ਦੇਸ਼ ਛੱਡਣ ਦੀ ਤਾਰੀਖ ਇਹਨੂੰ ਮਹਾਰਾਜ ਕਹਿੰਦੇ ਮਰਨ ਲਿਖਾਏ ਜਨਮ ਬਾਅਦ ਵਿੱਚ, ਮੌਤ ਦੀ ਤਾਰੀਖ ਪਹਿਲਾਂ ਨਿਸ਼ਚਿਤ ਕਰ ਦਿੱਤੀ ਹੈ। ਜਨਨੀ ਜਾਨਤ ਸੁਤ ਬੜਾ ਹੋਤ ਹੈ।
इतना कू ना जाने जे दिन दिन अवध घटत है। ये नहीं समझदी भी दिन ते पैर पैर ते घरियां आव कटै तन छीजै काल अहेरी फिरै बदक ज्यों कहो कवन बिद कीजै सो दिन आवन लागा। जो दिन आवे सो दिन जाही करना कूच रहन थिर संग चलत है हम पी चलना दूर गवन सिर ऊपर मरना। जननी जानत सुत बड़ा होता है पर इतना कू ना जाने जे दिन दिन अवध घटत है। आखा जीवा विसरे ये प्रकरण ध्यान च रखा जिन्हों असीं एक्सप्लेन कर रहे हैं। मोर मोर कर अदक लाड़ तर मेरा पुत्र बहुता प्यार कर दी पेखत ही जम राओ हसै। जम राजा हसदा भी कुछ दिनों का तेरे कोल मेहमान तेरा पुत्र नहीं या धन जोबन आर सुत दारा पेखन को जो दयो तेन ही मैं अटक जो उर्जे इंद्री प्रेर लियो। ये तो उन्हें दिते सन भी ਇਹਦਾ दिल जिहा लगा रहे बाणी पढ़दा रहे नाम जपदा रहे थोड़ा जिहा रिक्रिएशन भी चाहिए है भी बाणी पढ़द्या घर वाली कहे जी 2-3 घंटे हो गए ने पोथी लैके बैठिया प्रशादा तो छक लो। ये तो उन्हें इस वास्ते दिता सी ते असी पोथी लैके कभी बैठे को नहीं। असी कभी चौंकड़ी मार के आख्या इन्हें भी 1 घंटा मूल मंत्र ते 1 घंटा गुरमंत्र करना ये रिक्रिएशन वास्ते दिते सन। पर असी की कीता तिन ही मैं अटक जो उर्जे इंद्रियां ने कन्ना ने अखा नासका रसना त्वचा इन्हां ने सानू प्रेर लिया। इन्हां ने साडे रस्ते विच स्पीड ब्रेकर खड़े कर दिते। मोर मोर कर अदक लाड तर पेखत ही जम राओ हसै। फिर महाराज पता की फरमान करते हैं कहते ऐसा तैं जग भरम लाया। भरम अजकल की बोली च इहनूं कहो मिसअंडरस्टैंडिंग भुलेखा। और भुलेखे की परिभाषा पता गुरबाणी च की है बिल्कुल सौखे ढंग नाल समझना होवे। हुण इस वेले की सिचुएशन की है गुरु तेग बहादुर सतसंग सभा गुरुद्वारा गुरु ग्रंथ साहब का प्रकाश संगत सजी है सेवादार चौकीदार तुहाडे सामने बैठा है। मैं कहां भी भाई जसविंदर सिंह संगत नूं मुखातब हो रहा है तो हजूर की बाणी कहती है भी ये तेरा भुलेखा है तू जसविंदर सिंह नहीं तू वक्ता नहीं। ये भी एक अखां दा दो तरह के असी सुपने देखने एक जागते हुए एक सुते। विडंबना यह है भी जिहड़ा सौ के सुपना देखने असी जागण तो बाद कह देने भी अज मैं सुपना देखिया पर जिहड़ा जाग के सुपना देखने इहनूं असी कदी नहीं मानते भी मैं सुपना देख रहा। बापू रोज याद करांदा ज्यों सुपना और पेखना तैसे जग को जान। जग जीवन ऐसा सुपने जैसा जीवन सुपन समानंग और साच कर हम गांठ दीनी छोड़ परम निधानंग बाबा माया मोत हित कीन जिन ज्ञान रतन हिरलीन। हजूर कहते ने बई तू भुलेखे का सानू शिकार कर दिता है। माधवे क्या कही है भ्रम ऐसा। माधवे क्या कही है भ्रम ऐसा। पूछिए जी भ्रम कैसा ते हजूर का पता की उत्तर है कह लगे जैसा मानीए होए ना। जो असी समझी बैठे हैं ये मेरी दुकान है ये मेरा मुकान है ये पहली मेरी ये घर मेरा है पुत्र मेरा है धी मेरी कुछ तेरा नहींगा। त्रिपिटक ग्रंथ विच महात्मा बुद्ध के बचन ने कहता पुताम अथी धनम अथी इथे बालो विहंती अतो ही अतनो नथी कुतो पुता कुतो धनम। ये अर्थ ने ये धन मेरा है ये पुत्र मेरा है। ते बुद्ध जी कहते ने सिद्धार्थ जी कहते ने भी तेरा ते शरीर भी तेरा अपना नहीं ते पुत्र ते धन कित्थों अपने हो जाते। आवत संग ना जात संगाती। मां के गर्भ चो जो उतरे सा ना ये शरीर लैके उतरे सा पर जो चढ़ाई करनी है ना ये भी कायां दे मंडोली इत्थे रह जानी। ये भी तो साडा भरम है भी ये शरीर मेरा है। ये तो एक कन्वेंस कुछ समय लिए सानू मांग भी मिली है ते भागां वाले वो ने जिहड़े कहंदे वो मना मांग भी मिली है इहनूं जिन्ना वाया जांदा है वाल है निश्चित समय ते खुस जानी। ये भरम है ये भुलेखा है मिसअंडरस्टैंडिंग। होर सौखे ढंग नाल समझो तुहाडे चों जिन्हां जिन्हां ट्रेन ते सफ़र कीता है उन्हां नूं पता भी जदों ट्रेन किसी रेलवे स्टेशन के प्लेटफार्म ते रुकदी है ना एक जना कहंदा भी मैं केलियां दी दर्जन लियावां अखबार लियावां कॉफी लियावां असीं कहने ले आ एकदम अचानक असीं ठठंबर जाने भी वो तो आया नहीं तो ट्रेन
ਚੱਲ ਪਈ। ਪਰ ਜਦੋਂ ਗਰਦਨ ਘੁਮਾ ਕੇ ਪਲੇਟਫਾਰਮ ਵੱਲ ਦੇਖਦੇ ਆ ਤੇ ਕਹਿੰਦੇ ਆ ਵੀ ਓਹੋ ਇਹ ਤੇ ਨਾਲ ਵਾਲੀ ਟ੍ਰੇਨ ਚੱਲੀ ਏ, ਮੇਰੀ ਟ੍ਰੇਨ ਤੇ ਅਜੇ ਖੜੀ। ਲੱਗਦਾ ਇੰਜ ਵੀ ਜਿਵੇਂ ਮੇਰੀ ਚੱਲ ਪਈ। ਉਹ ਵੀ ਇੱਕ ਅੱਖਾਂ ਦਾ ਭੁਲੇਖਾ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਅਸੀਂ ਜੋ ਕੁਝ ਦੇਖ ਰਹੇ ਹਾਂ, ਯਕੀਨ ਜਾਣੋ ਇਹ ਸਾਡੀਆਂ ਅੱਖਾਂ ਦਾ ਭਰਮ ਹੈ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ, ਕੁਝ ਵੀ ਨਹੀਂ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਕਹਿ ਦਿੱਤਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ और तेरा तुझको सौंपते क्या लाग है मेरा। ऐसा तैं जग भरम लाया कैसे बूझे जब मोया है माया। महाराज सानू माया दी ठग बूटी ने मोह लिया, फलस्वरूप सानू असलीयत दी समझ आउंदी कोई नहीं। जननी जानत सुत बड़ा होत है इतना कु ना जाने जे दिन दिन अवध घटत है मोर मोर कर अदक लाड तर पेखत ही जम राओ हसै। ऐसा तैं जग भरम लाया कैसे बूझे जब मोया है माया। कहत कबीर छोड़ बिख्या रस, कहत कबीर छोड़ बिख्या रस। वकारां दे रस क्यों छड्डा? कह लगे इत संगत निहचो मरना। जे इन्हां दी बहनी बवेगा ते आत्मक मौत पक्की होवेगी। आत्मक मौत तो बचना किवें है? आत्मक मौत हुंदी क्यों है? क्योंकि पहला बीमारी का कारण लभांगे, ਲੈਬੋਰਟਰੀ ਵਿੱਚ ਬਲੱਡ ਭੇਜ ਕੇ ਫਿਰ ਡਾਕਟਰ ਉਹਦਾ ਨਿਵਾਰਨ ਕਰੇਗਾ। ਉਹ ਕਹਿੰਦਾ ਵੀ ਬੁਖਾਰ ਤੇ ਤੈਨੂੰ ਹੈ ਪਰ ਇਹ ਮਲੇਰੀਆ ਹੈ, ਟਾਈਫਾਈਡ ਹੈ ਕਿ ਡੇਂਗੂ ਹੈ। ਹੁਣ ਤੁਸੀਂ ਤੁਹਾਡੇ ਵਿੱਚ ਮੈਡੀਕਲ ਸਾਇੰਸ ਨਾਲ ਰਿਲੇਟਡ ਬੰਦੇ ਬੈਠੇ ਹੋ, ਡੇਂਗੂ ਹੋ ਜਾਏ ਨਾ, ਤੁਸੀਂ ਪੈਰਾਸੀਟਾਮੋਲ ਦਿਓ, ਉਹਨੇ ਪਲੇਟਲੈਟ ਕਾਊਂਟ ਹੋਰ ਮੰਨਫੀ ਕਰ ਦੇਣੇ ਨੇ, ਹੋਰ ਮੰਨਫੀ ਕਰ ਦੇਗਾ। ਬੜਾ ਖਤਰਨਾਕ ਹੋ ਜਾਂਦਾ। ਹਨੇਰੇ ਵਿੱਚ ਤੀਰ ਜਿਹੜਾ ਕਿਸੇ ਲਈ ਵੱਜ ਜਾਂਦਾ ਕਿਸੇ ਲਈ ਨਹੀਂ ਵੱਜ। ਇਸ ਲਈ ਪਹਿਲਾਂ ਇਹ ਜਾਣਨਾ ਬੜਾ ਜ਼ਰੂਰੀ ਹੈ ਵੀ ਡੇਂਗੂ ਹੈ, ਟਾਈਫਾਈਡ ਹੈ ਜਾਂ ਮਲੇਰੀਆ, ਫਿਰ ਟ੍ਰੀਟਮੈਂਟ ਹੋਣਾ ਚਾਹੀਦਾ। ਔਰ ਪਤਾ ਹੀ ਨਹੀਂ ਬੁਖਾਰ ਕਿਹੜਾ ਹੈ। ਹਨੇਰੇ ਵਿੱਚ ਤੀਰ ਲੱਗ ਵੀ ਸਕਦਾ ਹੈ ਔਰ ਨਹੀਂ ਵੀ ਲੱਗ ਸਕਦਾ। ਬਿਮਾਰੀ ਦਾ ਕਾਰਨ ਲੱਭਣਾ ਪਹਿਲੀ ਗੱਲ, ਨਿਵਾਰਨ ਕਰਨਾ ਦੂਜੀ ਗੱਲ। तो महाराज कहते हैं भी आत्मक मौत का कारण यह है भी तू वकारां दी बहनी बहना है। कहत कबीर छोड़ बिख्या रस, इत संगत इन्हां वकारां दी संगत, नेचो मरना रमैया जपो प्राणी, अनंत जीवन बाणी, इन बिद भव सागर तरना। जां तिस भावै तां लागै भाओ, ਉਹਨੂੰ ਚੰਗਾ ਲੱਗੇ ਤੇ ਅੰਦਰ ਪ੍ਰੇਮ ਪੈਦਾ ਹੁੰਦਾ। ਫਿਰ ਕੀ ਹੁੰਦਾ ਜੀ? ਭਰਮ ਭੁਲਾਵਾ ਵਿੱਚੋਂ ਜਾਏ, ਭਰਮ ਦਾ ਨਾਸ਼ ਹੋ ਜਾਂਦਾ। ਫਿਰ ਕੀ ਹੁੰਦਾ? ਉਪਜੈ ਸਹਿਜ। ਹੁਣ ਸਹਿਜ ਵੀ ਐਕਸਪਲੇਨੇਸ਼ਨ ਮੰਗਦਾ ਹੈ ਪਰ ਹੁਣ ਵਕਤ ਮੈਨੂੰ ਇਜਾਜ਼ਤ ਨਹੀਂ ਦਿੰਦਾ। ਸਹਿਜ ਕੀ ਹੈ? ਫਿਰ ਕਿਤੇ ਬਿਦ ਬਣੀ ਤੇ ਮੈਂ ਬੇਨਤੀ ਕਰਾਂਗਾ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ, ਇਤ ਸੰਗਤ ਨਾਹੀ ਮਰਨਾ। जे ए बहने बवेगा तो तेरी आत्मक मौत नहीं होगी। इत संगत नाही मरना, हुक्म पछान ता खसम मिलना। इंज मिलेगा खसम नूं, इंज बचेगा आत्मक मौत तो। एक होर बेनती करते हैं, आत्मक मौत तो किवें बचना है और आत्मक जिंदगी की शुरुआत कित्थों करनी है? जीवत मरै मरै फुन जीवै, ऐसे सुन समाया। लिखा है अंजन माहे नरंजन रहिए। मैं एक बेनती कर दिया नौजवान बच्चे बच्चियां नूं खास करके, तुसीं पढ़दे हो ना तो साइंस के भी उहदे च पीरियड लगते हैं, मैथमैटिक्स के भी लगते हैं। ये जिहड़ी कथा है ना, इहनूं मैथमैटिक्स का पीरियड समझिया करो। शुरू शुरू थोड़ा खुश के, पर जिन्हां नूं इहदा मैथड समझ आ जाए ना वो फिर 100% नंबर लैंदे ने। SST चों घट आ सकते हैं, हिंदी चो घट आ सकते हैं, पंजाबी चो घट आ सकते। जे मैथेमैटिक्स नूं अंडरस्टैंड कर लिया फिर 100%। बस इतनी को गल है। थोड़ा जिहा शुरू शुरू ड्राई लगेगा और फिर ये जिस तरह का दास का तुहाडी सीस नाल सुभाअ है, गल समझण समझाउण दा यतन किसी पीरियड वांगू करना, थोड़ा जिहा शुरू शुरू च खेचल दवली करनी पैगी, फिर अपने आप वे बन जाएगा। तो मैं अर्ज कर रहा सा, जीवत मरै मरै फुन जीवै। आत्मक जिंदगी कदों शुरू होंदी है? वकारां वल्लों जींदे जी मर जा। भी जींदे जी किवें मर जाइए? एक सज्जन नूं सैकंड परसन पुछदा है भी तुहाडे भरा दा की हाल है? वो कहना मैनूं नहीं पता। वो कहंदा भी क्यों नहीं पता? मां जाए वीर हो, इक्को मकान दी छत थल्ले रहिंदे हो ते तैनूं नहीं पता ते होर किहनूं पता है?
ਫਿਰ ਉਹ ਹੌਕਾ ਲੈ ਕੇ ਕਹਿੰਦਾ ਵੀ 6 7 8 ਮਹੀਨੇ ਹੋ ਗਏ ਨੇ, ਸਾਡਾ ਝਗੜਾ ਹੋ ਗਿਆ, ਸਾਡਾ ਬੋਲ ਚਾਲ ਨਹੀਂ, ਅਸੀਂ ਤੇ ਘਰ ਦੇ ਵਿੱਚ ਇੱਕ ਕੰਧ ਮਾਰ ਲਈਏ। ਇੱਥੇ ਹੀ ਬਸ ਨਹੀਂ, ਉਹ ਕਹਿੰਦਾ ਹੈ ਵੀ ਅਸੀਂ ਤੇ ਸ਼ਾਦੀ ਗਮੀ 'ਚ ਵੀ ਇੱਕ ਦੂਜੇ ਕੋਲ ਨਹੀਂ ਜਾਂਦੇ, ਉਹ ਮੇਰੇ ਵਾਸਤੇ ਮਰ ਗਿਆ ਤੇ ਮੈਂ ਉਹਦੇ ਵਾਸਤੇ ਮਰ, ਹਾਲਾਂਕਿ ਦੋਵੇਂ ਜਿਉਂਦੇ ਨੇ, ਮਰਿਆ ਕੋਈ ਨਹੀਂ। ਸੈਂਸ ਕੀ ਹੈ ਵੀ ਬਿਲਕੁਲ ਨਾਤਾ ਤੋੜ ਲੈਣਾ। ਵਕਾਰਾਂ ਵਾਸਤੇ ਤੂੰ ਮਰ ਜਾ ਔਰ ਵਕਾਰ ਤੇਰੇ ਵਾਸਤੇ ਮਰ ਜਾ, ਨਾਤਾ ਟੁੱਟ ਜਾਏ। ਜੀਵਤ ਮਰੇ, ਦੁਬਾਰਾ ਫਿਰ ਕੀ ਹੈ, ਮਰੇ, ਚੰਗੀ ਤਰ੍ਹਾਂ ਮਰ ਜਾ, ਬਿਲਕੁਲ ਮਰ ਜਾ। ਫਿਰ ਕੀ ਹੋਵੇਗਾ ਜੀ, ਕਹਿਣ ਲੱਗੇ ਫੁੰਨ ਜੀਵੈ, ਫਿਰ ਤੇਰੀ ਆਤਮਿਕ ਜ਼ਿੰਦਗੀ ਦੀ ਸ਼ੁਰੂਆਤ ਹੋਵੇਗੀ। ਤੇ ਜੇ ਬੰਦਾ ਅਰਦਾਸਾਂ ਇਹ ਕਰੇ ਵੀ ਮਹਾਰਾਜ ਮੈਨੂੰ ਵਕਾਰਾਂ 'ਚ ਖਚਤ ਕਰ, ਮੇਰਾ ਆ ਫੁਰਨਾ ਵੀ ਪੂਰਾ ਕਰ, ਭਾਵੇਂ ਉਹ ਗੁਰਮਤਿ ਅਨੁਸਾਰ ਰੋਂਗੀ ਹੋਵੇ, ਤੇ ਫਿਰ ਦੱਸੋ ਉਹਨੂੰ ਕੌਣ ਬਚਾਏ? ਆਪੇ ਫਾਥੜੀਏ ਤੈਨੂੰ ਕੌਣ ਛਡਾਵੇ? ਨਹੀਂ, ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ। ਇਹਨੂੰ ਥੋੜਾ ਸਮਝ ਲਿਆ ਜੀ, ਸ਼ੂਨਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ। ਸੁਨ ਠੇਠ ਪੰਜਾਬੀ 'ਚ ਅਸੀਂ ਠੁੱਡਾ ਵਾਜੇ ਪੈਰ ਆਦਿਕ ਨੂੰ, ਤੇ ਕੋਈ ਉਹ ਅੰਗ ਸੁੰਨ ਹੋ ਜਾਏ ਨਾ, ਤੇ ਅਸੀਂ ਕਹਿੰਦੇ ਵੀ ਮੇਰਾ ਪੈਰ ਸੁੰਨ ਹੋ ਗਿਆ, ਮੇਰਾ ਹੱਥ ਸੁੰਨ ਹੋ ਗਿਆ, ਇਤਿਆਦ। ਡਾਕਟਰਸ ਨੇ ਸਰੀਰ ਦੇ ਜਿਸ ਹਿੱਸੇ ਦਾ ਆਪਰੇਸ਼ਨ ਕਰਨਾ ਹੁੰਦਾ ਹੈ ਉਹਨੂੰ ਸੁੰਨ ਕਰ ਲੈਂਦੇ ਨੇ ਤਾਂ ਕਿ ਇਹਨੂੰ ਪੀੜਾ ਨਾ ਹੋਵੇ। ਅਸੀਂ ਆਪਣੀ ਮਰਜ਼ੀ ਨਾਲ ਚੀਰ ਫਾੜ ਕਰ ਲਈਏ, ਸਰਜਰੀ ਕਰ ਲਈਏ, ਆਪਰੇਸ਼ਨ ਕਰ ਲਈਏ। ਜਦੋਂ ਫਿਰ ਕੋਈ ਵਕਾਰਾਂ ਵੱਲੋਂ ਜੀਂਦੇ ਜੀ ਮਰ ਜਾਂਦਾ ਹੈ, ਇੱਕ ਕਿਸਮ ਦਾ ਉਹ ਸੁੰਨ ਹੋ ਜਾਂਦਾ ਹੈ, ਫਿਰ ਵਕਾਰਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਉਹ ਕਹੀਏ ਵੀ ਵਕਾਰ ਪ੍ਰੂਫ ਹੋ ਜਾਂਦਾ ਹੈ। ਇਹਨੂੰ ਮਹਾਰਾਜ ਕਹਿੰਦੇ ਨੇ ਵੀ ਸੁੰਨ ਸਮਾਇਆ, ਅੰਜਨ ਮਾਹੇ ਨਿਰੰਜਨ ਰਹੀਏ। ਹੁਣ ਇਹ ਫਲਸਫਾ ਆਮ ਧਰਮਾਂ ਨਾਲੋਂ ਸਿੱਖੀਜ਼ਮ ਦਾ ਥੋੜਾ ਜਿਹਾ ਅਲੱਗ ਹੈ। ਰਹਿਣਾ ਸੰਸਾਰ ਵਿੱਚ ਹੀ ਹੈ, ਪਰ ਸੁਰਤ ਨਿਰੰਕਾਰ ਨਾਲ ਜੋੜਨੀ, ਭਗੌੜੇ ਨਹੀਂ ਹੋਣਾ ਸੰਸਾਰ ਤੋਂ। ਵੇਖੋ, ਕੋਈ ਵਿਅਕਤੀ ਖਾੜੇ 'ਚ ਜਾਏ ਹੀ ਕੋਈ ਨਾ, ਤੇ ਕਵੇ ਮੈਂ ਸਾਰਿਆਂ ਤੋਂ ਮੰਨਿਆ ਪਰਮੰਨਿਆ ਪਹਿਲਵਾਨ। ਜੋਗੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਖਾੜਾ ਛੱਡ ਕੇ ਕੰਦਰਾਂ 'ਚ ਭੱਜ ਗਿਆ, ਜੰਗਲਾਂ 'ਚ ਭੱਜ ਗਿਆ, ਤੇ ਫਿਰ ਤੂੰ ਜੇਤੂ ਕਾਹਦਾ? ਤੂੰ ਰਹਿੰਦਾ ਸੰਸਾਰ 'ਚ, ਤੇਰੇ ਸਾਹਮਣੇ ਕਾਮ ਵੀ ਆਉਂਦਾ, ਤੇਰੇ ਸਾਹਮਣੇ ਕ੍ਰੋਧ ਵੀ ਆਉਂਦਾ, ਲੋਭ ਮੋਹ ਤੇ ਹੰਕਾਰ ਵੀ ਆਉਂਦੇ, ਔਰ ਤੂੰ ਉਹਨਾਂ ਨੂੰ ਲਹੂ ਲੁਹਾਨ ਕਰਕੇ ਪਿਛਾ ਮੋੜਦਾ, ਛਿੱਤਰ ਮਾਰ ਕੇ ਪਿਛਾ ਮੋੜਦਾ। ਫਿਰ ਤੇ ਤੂੰ ਕਹਿੰਦਾ ਵੀ ਨੇਥੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ, ਤੇ ਤੂੰ ਤੇ ਭਗੌੜਾ ਹੀ ਹੋ ਗਿਆ। ਤੂੰ ਤੇ ਉਹਨਾਂ ਦਾ ਸਾਹਮਣੇ ਨਹੀਂ ਕਰ ਸਕਿਆ, ਫੇਸ ਨਹੀਂ ਕਰ ਸਕਿਆ, ਤੇ ਤੂੰ ਤੇ ਇਹ ਗੱਲ ਨਹੀਂ ਕਹਿ ਸਕਦਾ। ਸਾਨੂੰ ਹਜ਼ੂਰ ਨੇ ਭਗੌੜੇ ਹੋਣ ਲਈ ਨਹੀਂ ਕਿਹਾ। ਵੇਖੋ, ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮੀਟ ਲੈ ਤੇ ਬਿੱਲੀ ਉਹਨੂੰ ਬਖਸ਼ ਨਹੀਂ ਦਿੰਦੀ, ਅੱਖਾਂ ਮੀਟੇ ਜਾਂ ਨਾ ਮੀਟੇ, ਉਹਨੇ ਉਹਨੂੰ ਆਪਣਾ ਗਰਾਸ ਬਣਾਣਾ ਹੀ ਬਣਾਣਾ ਹੈ। ਇਸ ਵਾਸਤੇ ਸਾਨੂੰ ਮਹਾਰਾਜ ਨੇ ਫੇਸ ਕਰਨ ਲਈ ਕਿਹਾ ਹੈ, ਅਸੀਂ ਸਾਹਮਣਾ ਕਰਨਾ ਹੈ, ਔਰ ਆਪਣੇ ਮਨ ਦੇ ਨਾਲ ਘੁਲਣਾ ਹੈ, ਆਪਣੇ ਮਨ ਨੂੰ ਕਾਬੂ 'ਚ ਰੱਖਣਾ ਹੈ। ਅਸੀਂ ਜਾ ਰਹੇ ਹਾਂ ਔਰ ਕਿਸੇ ਦਾ ਸੋਨੇ ਦਾ ਗਹਿਣਾ ਡਿੱਗਾ ਪਿਆ ਹੈ, ਔਰ ਉੱਥੇ ਆਪਣੇ ਮਨ ਨਾਲ ਘੁਲਣਾ ਵੀ ਮਨਾ ਹੈ, ਤੇਰੀ ਦਸਾਂ ਨਵਾਂ ਦੀ ਕਿਰਤ ਨਹੀਂ, ਤੇਰਾ ਬਾਪੂ ਕਹਿੰਦਾ ਕੰਚਨ ਮਾਟੀ ਮਨ। ਉਹਦੇ ਅਰਥ ਇਹ ਨਹੀਂ ਵੀ ਆਪਣੀ ਅਲਮਾਰੀ 'ਚੋਂ ਸੋਨਾ ਕੱਢ ਕੇ ਤੇ ਰੂੜੀ ਤੇ ਜਾਂ ਡਸਟਬਿਨ 'ਚ ਸੁੱਟਣ ਨਾ। ਜਿਸ ਤਰ੍ਹਾਂ ਤੂੰ ਮਿੱਟੀ ਤੋਂ ਲੰਮੀਆਂ ਪਲਾਂਘਾਂ ਪੁੱਟ ਕੇ ਲੰਘਣਾ ਹੈ, ਪਰਾਇਆ ਸੋਨਾ ਪਿਆ ਹੋਵੇ ਨਾ, ਉਹਦੇ ਉੱਤੇ ਤੂੰ ਉਸੇ ਤਰ੍ਹਾਂ ਪਲਾਂਘ ਪੁੱਟ ਕੇ ਲੰਘ ਜਾਏ। ਤੈਨੂੰ ਕੋਈ ਕਵੇ ਤੇਰੇ ਥੱਲੇ ਤੇ ਸੋਨਾ ਪਿਆ ਹੈ, ਤੂੰ ਕਵੇਂ ਵੀ ਪਿਆ ਹੈ ਤੇ ਪਿਆਰ ਹੈ, ਮੇਰਾ ਹੈ ਹੀ ਨਹੀਂ, ਮੈਨੂੰ ਇਹਦੇ ਨਾਲ ਕੀ ਸਰੋਕਾਰ ਹੈ। ਇਹ ਇੱਕ ਅਵਸਥਾ ਹੈ। तो हजूर बख्शिश करते ने, ऐसे सुन समाया अंजन माहे निरंजन रही है। भाई साहब भाई गुरदास जी कहते भी ये गल तो आम प्रचलित है भी शाह बिना पत नहीं तो गुरु बिना गत नहीं, पर वो कहते ने गुरु वो जिहड़ा रखे संसार च ते जोड़े निरंकार नाल। फिर उन्होंने 3 उदाहरण दित्तियां। कह लगे अपना पुत्र हर एक नूं सुण, कहते भी एक बीबी दी बच्चों नूं खिडाउण दी ड्यूटी सी, 10-15 बच्चे, ਉਹਦੇ 'ਚ ਉਹਦਾ अपना भी बच्चा, ਉਹ ਮੇਰੇ ਵਰਗਾ ਸਭ ਤੋਂ ਕਰੂਪ, ਤੇ ਉਹਨੂੰ ਕੋਈ ਦੂਜੀ ਬੀਬੀ ਕਹਿਣ ਲੱਗੀ ਵੀ ਇਹਨਾਂ ਸਾਰੇ ਬੱਚਿਆਂ 'ਚੋਂ ਸੋਹਣਾ ਕਿਹੜਾ, ਤੇ ਉਹਦਾ ਜਿਹੜਾ ਆਪਣਾ ਬੱਚਾ ਸੀ ਨਾ ਸਭ ਤੋਂ ਕਰੂਪ, ਕਹਿਣ ਲੱਗੇ ਵੀ ਸਾਰਿਆਂ ਤੋਂ ਸੋਹਣਾ ਆ ਬੱਚਾ ਹੈ। ਹੁਣ ਉਹਨੂੰ ਆਪਣਾ ਬੱਚਾ ਸਾਰਿਆਂ ਤੋਂ ਸੋਹਣਾ ਲੱਗਦਾ। ਆਪਣਾ ਪੁੱਤਰ ਤੇ ਹਰ ਮਾਂ ਨੂੰ ਯੂਸਫ ਲੱਗਦਾ ਹੈ, ਇਦੋਂ ਸੋਹਣਾ ਤੇ ਕੋਈ
है ही नहीं। पर असल सोहना तो वो है ना जिन्हों सारा विश्व आखे भी ये विश्व सुंदरी है, ये विश्व सुंदरी है, ये मिस इंडिया है, वो सोहना है। अपनो सुवन सब काहू है सुंदर लागे, सफल सुंदरता संसार में सराई है, अपनो बनज बुरो लागत ना काहू हृदय। ਜਿਹੜਾ ਬੱਕਰੇ ਝਟਕਾਉਂਦਾ ਨਾ ਉਹਨੂੰ ਕਹੀਏ ਵੀ ਇਹ ਕੀ ਕਰਨਾ, ਉਹ ਕਹਿੰਦਾ ਲੈ ਭਗਤ ਸਦਨਾ ਵੀ ਦੀ ਉਹ ਕੁਝ ਹੀ ਕਰਦਾ ਸੀ। ਆਪਣਾ ਕੰਮ ਕਿਸੇ ਨੂੰ ਮਾੜਾ ਨਹੀਂ ਲੱਗਦਾ, ਪਰ ਕੰਮ ਚੰਗਾ ਉਹ ਏ ਜਿਹਨੂੰ ਲੋਕ ਵੀ ਚੰਗਾ ਕਹਿਣ। ਆਪਣੋ ਸੁਵਨ ਸਭ ਕਾਹੂ ਹੈ ਸੁੰਦਰ ਲਾਗੇ, ਲਿਖਿਆ ਸਫਲ ਸੁੰਦਰਤਾ ਸੰਸਾਰ में सराई है, ਆਪਣੋ बनज बुरो लागत ना काहू हृदय, जाहे जग भलो कहे सोई तो बसाई है। ਆਪਣੋ ਆਪਣੋ ਕੁਲਾ ਧਰਮ ਕਰਤ ਸਭ ਹੈ, ਆਪਣੀ ਆਪਣੀ ਕੁਲ ਦੇ ਕਰਮਕਾਂਡ ਸਾਰੇ ਹੀ ਕਰਦੇ ਨੇ। ਉੱਤਮ ਕਰਮ ਲੋਕ ਵੇਦ ਅਵਗਾਈਏ, ਉੱਤਮ ਕਰਮ ਹੋਏ ਜਿਹਨੂੰ ਧਾਰਮਿਕ ਗ੍ਰੰਥ ਕਰਨ ਲਈ ਕਹਿਣ। ਗੁਰਬਿਨ ਮੁਕਤ ਨਾ ਹੋਏ ਸਭ ਕੋਉ ਕਹੈ, ਗੁਰਬਿਨ ਮੁਕਤ ਨਾ ਹੋਏ ਸਭ ਕੋਉ ਕਹੈ, ਮਾਇਆ ਮੈਂ ਉਦਾਸ ਰੱਖੈ ਸੋਈ ਗੁਰ ਚਾਹੀਏ। ਗੁਰੂ ਉਹ ਜਿਹੜਾ ਮਾਇਆ ਵਿੱਚ ਉਦਾਸ ਰੱਖੇ। तो महाराज कहते ने अंजन माहे नरंजन रहिए, बौर ना भवजल पाइए, मेरे राम ऐसा खीर बलोइए, गुरमत मनुआ अस्थिर राखो, इन बिद अमृत पियोइए। गुरु की मत के धारनी बन के मन नूं टिकाओ और फिर मन नूं टिका के अमृत पियो। किस तरह? एक जो बात अनूप बनी है, पवन प्याला साजिया। एक बड़ी अनुपम बात है, मैं पौना का प्याला बना के नाम दे घुट भरना वा, कहना वाहिगुरू 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 वाहिगुरू। सत संगत जिन्नी संगत बैठी हुई है ना, महसूस करो अज महाराज प्रेरणा कर रहे हैं, घुट भरी दे ने जिस तरह पानी दे, दुध दे, लिक्विड पदार्थों दे, इस तरह वैगुरू आख के नाल जिवें घुट भरी दे ने, और कोई रसना वांझी ना रहे, थोड़ी मिलत, थोड़ा प्यार, थोड़ा भिज के वाहिगुरू 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 वाहिगुरू। इसे नूं भगत जी कहंदे ने एक जो बात अनूप बनी है, पौण प्याला साजिया। पौणा नूं मैं प्याला बना लिया, अदृश्य प्याला, और श्वास जिहड़े ने उन्हां नाल जपना। इसे नूं पंचम पातशाह कहंदे ने साथ साथ सिमरो गोबिंद, मन अंतर की उतरे चिंत। अंजन माहे निरंजन रहिए, बौर ना भवजल पाया, मेरे राम ऐसा खीर बलोइए। हर का बिलोवना बिलोवो मेरे भाई, सहज बिलोवो जैसे तत न जाई। गुरमत मनवा अस्थिर राखो, इन बिद अमृत पियोइए, गुर कै बाण बजर कल छेदी। बजर कहंदे ने भारी नूं। आ रौला रप्पा होवे, एजीटेशन होवे ते पुलिस एक अपना साधन लैके आउंदी, उहदे बाहर लिखिया हुंदा वज्र। उसे वज्र नूं असीं करैत तो पहला बज्र लिख दिता, वाह वाह ते बब्बे दा कई वार थोड़ा अंतर है। भारा एक ते करैत, एक भारी करैत, वज्र। तो मैं अर्ज कर रहा सा, महाराज कहंदे ने बई भारी कल्पना मन दे विच, एक ते कल्पना हो गई, एक वड्डी कल्पना हो गई। गुर कै बाण बजर कल छेदी। गुरु दे शब्द रूपी बाण नाल मैं मन दी भारी कल्पना नूं इंज फुंडिया जिवें कोई निशानेबाज अपने टारगेट नूं फुंड दिंदा है। तहस नहस कर दिता, फना फिला कर दिता, बिल्कुल पड़खचे उड़ा दिते। गुर कै बाण बजर कल छेदी। फिर की होया? प्रगटिया पद प्रगासा। अंदर एक उच्ची आत्मक अवस्था पैदा हुई। सकत अंधेर जेवड़ी भ्रम चूका।
ਇਹ ਬੜੀ ਪੁਰਾਣੀ ਉਦਾਹਰਨ ਹੈ ਵੇਦਾਂਤ ਦੀ। ਹਨੇਰੇ ਵਿੱਚ ਰੱਸੀ ਸੱਪ ਦਾ ਭੁਲੇਖਾ ਪਾਉਂਦੀ ਹੈ, ਰੋਸ਼ਨੀ ਲੈ ਕੇ ਜਾਈਏ ਤੇ ਬੰਦਾ ਉਹਦੇ ਉੱਤੇ ਪੈਰ ਰੱਖ ਕੇ ਲੰਘ ਜਾਂਦਾ, ਓਹੋ ਇਹ ਤੇ ਰੱਸੀ ਸੀ। ਅਗਿਆਨਤਾ ਵਿੱਚ ਵੀ ਅਸੀਂ ਕਈ ਵਾਰ ਗਲਤਫਹਿਮੀ ਦੇ ਸ਼ਿਕਾਰ ਹੋ ਜਾਂਦੇ। ਜਦੋਂ ਗੁਰਮਤਿ ਦਾ ਗਿਆਨ ਦਾ ਚਾਨਣ ਹੁੰਦਾ ਤੇ ਫਿਰ ਉਹ ਜਿਹੜੇ ਕਈ ਨਾਹਕ ਭੈ ਬਣੇ ਨੇ ਉਹ ਭੈ ਦੂਰ ਹੋ ਜਾਂਦੇ ਨੇ। ਸਕਤ ਅੰਧੇਰ ਜੇਵੜੀ ਭ੍ਰਮ ਚੂਕਾ ਨੇਚਲ ਸ਼ਿਵ ਘਰ ਬਾਸਾ ਤਿੰਨ ਬਿਨ ਬਾਣੇ ਧਨਖ ਚੜਾਈਏ। ਉਸ ਤੀਰ ਨੂੰ ਚਲਾਉਣ ਲਈ ਧਨਖ ਜਿਹੜਾ ਦਿਸਦਾ ਹੈ, ਪਰ ਗੁਰੂ ਦੇ ਸ਼ਬਦ ਰੂਪੀ ਬਾਣ ਲਈ ਕੋਈ ਧਨਖ ਨਹੀਂ, ਕੋਈ ਤੀਰ ਨਹੀਂ, ਅਦ੍ਰਿਸ਼ ਬਾਣ ਨੇ। ਕਬੀਰ ਸਤਗੁਰ ਸੂਰ ਮੈਂ ਬਾਇਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਤਿੰਨ ਬਿਨ ਬਾਣੇ ਧਨਕ ਚੜਾਈਏ। ਇਹ ਜਗ ਬੇਧਿਆ ਭਾਈ ਦਹਿ ਦਿਸ ਬੁੱਢੀ ਪਵਨ ਚਲਾਵੇ ਡੋਰ ਰਹੀ ਲਿਵ ਲਾਈ। ਗੁਰਮਤੀਆ ਵੀ ਤੁਹਾਨੂੰ ਲੱਗੇਗਾ ਇਹ ਤੇ ਮਾਇਆ ਧਾਰੀ ਹੈ। ਦਹਿ ਦਿਸ ਬੁੱਢੀ ਕਿਰਤ ਰੂਪੀ ਹਵਾ ਗੁਰਮੁਖ ਨੂੰ ਵੀ ਇੱਧਰ ਉੱਧਰ ਭਜਾਈ ਫਿਰੇਗੀ ਤੇ ਆਮ ਬੰਦੇ ਨੂੰ ਲੱਗੇਗਾ ਤੇ ਬੜਾ ਲਾਲਚੀ ਹੈ, ਇਹ ਤੇ ਬੜਾ ਲੋਭੀ ਹੈ। ਉਹਨੂੰ ਗੁਰਮੁਖ ਨੂੰ ਵੀ ਦਸਾਂ ਦਿਸ਼ਾਵਾਂ ਵੱਲ ਕਿਰਤ ਰੂਪੀ ਹਵਾ ਕਮਾਈ ਫਿਰਦੀ ਏ, ਪਰ ਡੋਰ ਰਹੀ ਲਿਵ ਲਾਈ, ਉਹਦੀ ਸੁਰਤ ਜਿਹੜੀ ਹੈ ਸ਼ਬਦ ਵਿੱਚ ਜੁੜੀ ਰਹਿੰਦੀ ਹੈ। ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ